ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਓਫੀਸ਼ੀਅਲ YouTube ਚੈਨਲ ਤੇ। ਦੋਸਤੋ, ਅੱਜ ਦੀ ਕਲਾਸ ਦੇ ਵਿੱਚ ਆਪਾਂ ਮਾਡਰਨ ਹਿਸਟਰੀ ਆਫ ਇੰਡੀਆ ਭਾਰਤ ਦੇ ਆਧੁਨਿਕ ਇਤਿਹਾਸ ਦੀ ਕਲਾਸ 8 ਸ਼ੁਰੂ ਕਰਨ ਜਾ ਰਹੇ ਹਾਂ। ਦੋਸਤੋ, ਉਮੀਦ ਹੈ ਕਿ ਮੈਂ ਤੁਹਾਨੂੰ 7 ਕਲਾਸਿਸ ਪਹਿਲਾਂ ਕਵਰ ਕਰਵਾਈਆਂ ਨੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣੀਆਂ ਨੇ। ਦੋਸਤੋ, ਜੇਕਰ ਤੁਸੀਂ ਉਹਨਾਂ ਸਾਰੀਆਂ ਕਲਾਸਿਸ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਨੂੰ ਤੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਤਾਂ ਚਲੋ ਦੋਸਤੋ, ज़्यादा टाइम ना लेंदे हुए अज की क्लास शुरू करते हैं। अज का क्वेश्चन नंबर 1, कैबिनेट मिशन के योजना के अनुसार संविधान सभा की गिणती कितनी होगी? तो इसका आंसर रहेगा अपने को ऑप्शन नंबर ए 399। तो दोस्तों, जो कैबिनेट मिशन की योजना के अनुसार है संविधान सभा की गिणती वो अपनी 399 रहेगी। देखते हैं आप नैक्सट क्वेश्चन। 26 नवंबर 1949 ਨੂੰ ਸਾਡੇ ਸੰਵਿਧਾਨਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਸੀ। ਉਹ ਕਿਹੜਾ ਸੀ ਕਿ 26 ਨਵੰਬਰ 1949 ਨੂੰ ਕੀ ਹੋਇਆ ਸੀ? ਇਸ ਦਿਨ ਭਾਰਤ ਨੇ ਇਸ ਦਿਨ ਪੂਰਨ ਆਜ਼ਾਦੀ ਦੀ ਸਹੁੰ ਚੁੱਕੀ ਸੀ। ਇਸ ਦਿਨ ਸੰਵਿਧਾਨ ਸਭਾ ਨੂੰ ਅਪਣਾਇਆ ਗਿਆ ਸੀ। ਇਸ ਦਿਨ ਭਾਰਤ ਗਣਤੰਤਰ ਬਣਿਆ ਸੀ ਤੇ ਇਸ ਦਿਨ ਸੰਵਿਧਾਨ ਦੀ ਪਹਿਲੀ ਸੋਧ ਪਾਸ ਕੀਤੀ ਗਈ ਸੀ। ਤਾਂ ਦੋਸਤੋ, 26 ਨਵੰਬਰ 1949 ਨੂੰ ਕੀ ਹੋਇਆ ਸੀ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਇਸ ਦਿਨ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਤਾਂ ਇਸ ਦਿਨ ਸੰਵਿਧਾਨ ਨੂੰ ਅਪਣਾਇਆ ਗਿਆ ਸੀ 26 ਨਵੰਬਰ 1949 ਨੂੰ। ਤੇ ਜੇਕਰ ਗੱਲ ਕੀਤੀ ਜਾਵੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਜਿਹੜਾ ਆਪਣਾ ਸੰਵਿਧਾਨ ਬਣਾਇਆ ਭਾਰਤ ਦਾ ਉਹ ਲਾਗੂ ਕਦੋਂ ਹੋਇਆ ਹੈ, ਤਾਂ ਆਪਣਾ ਆਨਸਰ ਹੈਗਾ 26 ਜਨਵਰੀ 1950 ਨੂੰ। ਠੀਕ ਹੈ, 26 ਜਨਵਰੀ 1950 ਨੂੰ ਤਾਂ ਆਪਣਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ। ਤੇ ਜੇਕਰ ਅਪਣਾਉਣ ਬਾਰੇ ਪੁੱਛਿਆ ਜਾਵੇ ਤਾਂ 26 ਨਵੰਬਰ 1949 ਨੂੰ ਇਹ ਸੰਵਿਧਾਨ ਅਪਣਾਇਆ ਗਿਆ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਇਸ ਦੇ ਰਿਲੇਟਡ ਕੁਐਸਚਨ ਕਾਫੀ ਪੁੱਛੇ ਜਾਂਦੇ ਨੇ। ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕ੍ਰਿਪਸ ਪੇਸ਼ਕਸ਼ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ? ਤਾਂ ਇਹਨਾਂ ਵਿੱਚੋਂ ਕਿਹੜਾ ਕ੍ਰਿਪਸ ਪੇਸ਼ਕਸ਼ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ? ਤਾਂ ਇਸ ਦਾ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਭਾਰਤੀ ਰਾਸ਼ਟਰੀ ਸਰਕਾਰ ਦੁਆਰਾ ਭਾਰਤ ਦੀ ਰੱਖਿਆ ਦਾ ਨਿਯੰਤਰਣ। ਇਹ ਜਿਹੜਾ ਭਾਰਤੀ ਰਾਸ਼ਟਰੀ ਸਰਕਾਰ ਦੁਆਰਾ ਭਾਰਤ ਦੀ ਰੱਖਿਆ ਦਾ ਨਿਯੰਤਰਣ ਹੈ, ਇਹ ਕ੍ਰਿਪਸ ਪੇਸ਼ਕਸ਼ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ। ਇਹ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਅੱਗੇ ਆਪਾਂ ਨੈਕਸਟ ਕੁਐਸਚਨ। 1919 ਦੇ ਐਕਟ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਤਾਂ ਬ੍ਰਿਟਿਸ਼ ਭਾਰਤ ਨੇ ਬ੍ਰਿਟਿਸ਼ ਸਾਮਰਾਜ ਨੂੰ ਅਨਿੱਖੜ ਵਾਂਗ ਹੋਣਾ ਚਾਹੀਦਾ ਹੈ। ਜ਼ਿੰਮੇਵਾਰ ਸਰਕਾਰ ਨੂੰ ਅਗਾਂਹ ਵਧੂ ਸਟੇਜਾਂ ਤੋਂ ਹੀ ਸਾਕਾਰ ਕੀਤਾ ਜਾਵੇਗਾ। ਸੂਬਾਈ ਵਿਸ਼ਿਆਂ ਨੂੰ ਰਾਖਵੇਂ ਵਿਸ਼ਿਆਂ ਅਤੇ ਤਬਦੀਲ ਕੀਤੇ ਵਿਸ਼ਿਆਂ ਨਾਲ ਸ਼੍ਰੇਣੀਬੱਧ ਕੀਤਾ ਗਿਆ ਸੀ। ਤੇ ਭਾਰਤ ਵਿੱਚ ਰਾਜ ਸਕੱਤਰ ਦੀ ਤਨਖਾਹ ਸਕੇਲ ਦੇ ਮਾਲੀਏ ਵਿੱਚ ਕੱਢੀ ਗਈ ਸੀ। ਤਾਂ ਦੋਸਤੋ, ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ। ਤਾਂ ਰਾਜ ਸਕੱਤਰ ਦੀ ਤਨਖਾਹ ਜਿਹੜੀ ਉਹ ਭਾਰਤੀ ਦੇ ਮਾਲੀਏ ਵਿੱਚੋਂ ਕੱਢੀ ਗਈ ਸੀ। ਤਾਂ ਦੋਸਤੋ, ਆਪਾਂ ਇਸ ਬਾਰੇ ਕੁਝ ਚਰਚਾ ਕਰ ਲੈਂਦੇ ਹਾਂ। ਤਾਂ 1 ਜਨਵਰੀ 2016 ਨੂੰ 7ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਮੰਤਰੀ ਮੰਡਲ ਦੇ ਸਕੱਤਰ ਹੈ ਜਿਹੜੇ ਜੋ ਦੇਸ਼ ਦੇ ਸਭ ਤੋਂ ਉੱਚੇ ਨੌਕਰਸ਼ਾਹ ਨੇ, ਉਹਨਾਂ ਦੀ ਤਨਖਾਹ ਕਿੰਨੀ ਸੀ? ਤਾਂ ਉਹਨਾਂ ਦੀ ਤਨਖਾਹ ਉਸ ਸਮੇਂ 25 ਲੱਖ ਰੁਪਏ ਪ੍ਰਤੀ ਮਹੀਨਾ ਮਿਲਦਾ ਸੀ, ਜਦ ਕਿ ਜਿਹੜਾ ਕੇਂਦਰ ਸਰਕਾਰ ਦੇ ਸਕੱਤਰ ਸੀ ਉਹਨਾਂ ਨੂੰ 2.25 ਲੱਖ ਰੁਪਏ ਪ੍ਰਤੀ ਮਹੀਨਾ ਮਿਲਦਾ ਸੀ। ਜਿਸ ਕਾਰਨ ਕੀ ਹੋਇਆ? ਜਿਸ ਕਾਰਨ 1919 ਦੇ ਐਕਟ ਦੇ ਦੁਆਰਾ ਇਹਨਾਂ ਸਕੱਤਰਾਂ ਦੀ ਤਨਖਾਹ ਨੂੰ ਭਾਰਤ ਦੇ ਮਾਲੀਏ ਵਿੱਚੋਂ ਅਲੱਗ ਕਰ ਦਿੱਤਾ ਗਿਆ ਸੀ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ, ਇਹ ਯਾਦ ਰੱਖਣਾ ਹੈ ਤੁਸੀਂ। ਦੇਖਦੇ ਹਾਂ ਆਪਾਂ ਅੱਗੇ ਕੁਐਸਚਨ ਨੰਬਰ 5। ਗਾਂਧੀ ਦੇ ਅਨੁਸਾਰ ਅਹਿੰਸਾ ਦਾ ਅਰਥ ਨਹੀਂ ਲਿਆ ਜਾ ਸਕਦਾ। ਆਪਸ਼ਨ ਹੈ ਸੱਚ, ਕਾਨੂੰਨ ਦੀ ਇੱਕ ਸਕਾਰਾਤਮਕ ਸਥਿਤੀ, ਗਲਤ ਅਤੇ ਅਨਿਆਂ ਨੂੰ ਸਹਿਣ ਕਰਨਾ ਤੇ ਕੁਕਰਮੀਆਂ ਦਾ ਵੀ ਭਲਾ ਕਰਨਾ। ਤਾਂ ਦੋਸਤੋ, ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਗਲਤ ਅਤੇ ਅਨਿਆਂ ਨੂੰ ਸਹਿਣ ਕਰਨਾ। ਤਾਂ ਮਹਾਤਮਾ ਗਾਂਧੀ ਦੇ ਅਨੁਸਾਰ ਅਹਿੰਸਾ ਦਾ ਅਰਥ ਹੈ ਪਿਆਰ, ਮਤਲਬ ਕਿ ਮਨੁੱਖ ਨੂੰ ਕੇਵਲ ਮਨੁੱਖ ਨਾਲ ਹੀ ਨਹੀਂ ਸਗੋਂ ਸੰਸਾਰ ਦੇ ਹਰ ਜੀਵ ਨੂੰ ਪਿਆਰ ਕਰਨਾ ਚਾਹੀਦਾ ਹੈ। ਜਦੋਂ ਕੋਈ ਵਿਅਕਤੀ ਅਹਿੰਸਕ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਸ ਵਿਅਕਤੀ ਨਾਲ ਨਾਰਾਜ਼ ਨਹੀਂ ਹੋਵੇਗਾ ਜਿਸ ਨੇ ਉਸ ਨੂੰ ਜ਼ਖਮੀ ਕੀਤਾ ਹੈ। ਤਾਂ ਇਸ ਲਈ ਗਾਂਧੀ ਦੇ ਅਨੁਸਾਰ ਅਹਿੰਸਾ ਦਾ ਤੇ ਗਲਤ ਅਤੇ ਅਨਿਆਂ ਨੂੰ ਸਹਿਣ ਕਰਨਾ। ਤਾਂ ਇਸ ਦਾ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ। ਤਾਂ ਦੋਸਤੋ, ਆਪਾਂ ਅੱਗੇ ਵਧਦੇ ਹਾਂ ਨੈਕਸਟ ਕੁਐਸਚਨ ਤੇ। ਕੁਐਸਚਨ ਨੰਬਰ 6। ਰੈਗੂਲੇਟਿੰਗ ਐਕਟ ਦੇ ਅਨੁਸਾਰ ਇੱਕ ਗਵਰਨਰ ਜਨਰਲ ਤੇ 4 ਕੌਂਸਲਰ ਕਿੱਥੇ ਨਿਯੁਕਤ ਕੀਤੇ ਗਏ ਸਨ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ, ਬੰਗਾਲ ਦੇ ਵਿੱਚ। ਤਾਂ ਰੈਗੂਲੇਟਿੰਗ ਐਕਟ ਨੇ ਜਿਹੜਾ ਬੰਗਾਲ ਦੇ ਵਿੱਚ ਇੱਕ ਗਵਰਨਰ ਜਨਰਲ ਅਤੇ 4 ਕੌਂਸਲਰ ਨਿਯੁਕਤ ਕੀਤੇ ਸੀ। ਤਾਂ ਕਿਹੜੇ ਕੌਂਸਲਰ ਤੇ ਕਿਹੜੇ ਗਵਰਨਰ ਨਿਯੁਕਤ ਕੀਤੇ ਸੀ? ਤਾਂ ਜਿਹੜਾ ਬੰਗਾਲ ਦਾ ਪਹਿਲਾ ਗਵਰਨਰ ਸੀ ਜਿਸ ਨੂੰ ਨਿਯੁਕਤ ਕੀਤਾ ਗਿਆ ਸੀ ਤਾਂ ਉਸ ਦਾ ਨਾਮ ਰਹੇਗਾ ਵਾਰਨ ਹੈਸਟਿੰਗਸ। ਠੀਕ ਹੈ, ਵਾਰਨ
ਹੈਸਟਿੰਗਸ। ਇਹ ਵੀ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਆਪਣਾ ਪੰਜਾਬ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ, ਤਾਂ ਵਾਰਨ ਹੈਸਟਿੰਗਸ ਸੀ। ਠੀਕ ਹੈ, ਤਾਂ 4 ਕਾਉਂਸਲਰ ਸੀ, ਉਹ ਕਿਹੜੇ ਕਿਹੜੇ ਨੇ, ਉਹ ਸੀ ਆਪਣੇ ਕੋਲ ਫਿਲਿਪ ਫਰਾਂਸਿਸ, ਕਲੇਵਰਿੰਗ, ਮੌਨਸਨ ਅਤੇ ਬਾਰਵੈਲ। ਇਹ 4 ਬੰਗਾਲ ਦੇ ਕਾਉਂਸਲਰ ਨਿਯੁਕਤ ਕੀਤੇ ਗਏ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਆਪਾਂ ਅੱਗੇ ਨੈਕਸਟ ਕੁਐਸਚਨ, ਕਿਸ ਦੇ ਕਾਰਨ ਭਾਰਤੀ ਦਸਤਕਾਰੀ ਤੇਜ਼ੀ ਨਾਲ ਘਟੀ, ਤਾਂ ਕਿਹਨਾਂ ਕਾਰਨਾਂ ਕਰਕੇ ਜਿਹੜੀ ਭਾਰਤੀ ਦਸਤਕਾਰੀ ਉਹ ਤੇਜ਼ੀ ਨਾਲ ਘਟੀ ਸੀ, ਤਾਂ ਆਪਸ਼ਨ ਹੈ ਆਪਣੇ ਕੋਲ ਸਰਪ੍ਰਸਤੀ ਦੀ ਘਾਟ ਦੇ ਕਾਰਨ, ਦਰਾਮਦ ਵਸਤੂਆਂ ਲਈ ਵੱਧ ਰਿਹਾ ਕਰੇਜ਼ ਦੇ ਕਾਰਨ, ਇੰਗਲੈਂਡ ਦੇ ਮਸ਼ੀਨਾਂ ਬਣੇ ਸਮਾਨ ਦਾ ਮੁਕਾਬਲਾ ਕਰਨ ਦੇ ਲਈ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਹੈਗਾ ਆਪਸ਼ਨ ਨੰਬਰ ਡੀ, ਉਪਰੋਕਤ ਸਾਰੇ। ਤਾਂ ਸਰਪ੍ਰਸਤੀ ਦੀ ਘਾਟ ਕਾਰਨ ਵੀ ਜਿਹੜੀ ਭਾਰਤੀ ਦਸਤਕਾਰੀ ਦੇ ਵਿੱਚ ਕਮੀ ਆਈ ਸੀ, ਦਰਾਮਦ ਵਸਤੂਆਂ ਦੇ ਵੱਧ ਰਹੇ ਕਰੇਜ਼ ਦੇ ਕਾਰਨ, ਤੇ ਇੰਗਲੈਂਡ ਦੀਆਂ ਜਿਹੜੀਆਂ ਮਸ਼ੀਨਾਂ ਸੀ ਉਹ ਭਾਰਤੀ ਦਸਤਕਾਰੀ ਦੇ ਮੁਕਾਬਲੇ ਕਾਫੀ ਵਧੀਆ ਸੀ ਤੇ ਉਹਨਾਂ ਦੀ ਕੁਆਲਿਟੀ ਵੀ ਕਾਫੀ ਵਧੀਆ ਸੀ, ਜਿਸ ਦੇ ਕਾਰਨ ਜਿਹੜੇ ਭਾਰਤੀ ਦਸਤਕਾਰੀ ਦੇ ਵਿੱਚ ਤੇਜ਼ੀ ਨਾਲ ਇੱਕਦਮ ਘਾਟਾ ਆ ਗਿਆ ਸੀ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਅੱਗੇ ਆਪਾਂ ਨੈਕਸਟ ਕੁਐਸਚਨ, ਜਦੋਂ ਗਾਂਧੀ ਇਰਵਨ ਪੈਕਟ ਤੇ ਦਸਤਖਤ ਕੀਤੇ ਗਏ ਤਾਂ ਉਸ ਸਮੇਂ ਭਾਰਤ ਦੇ ਰਾਜ ਸਕੱਤਰ ਕੌਣ ਸਨ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਵੈਗਵੁੱਡ ਵੈਨ। ਤਾਂ ਜਦੋਂ ਗਾਂਧੀ ਇਰਵਨ ਪੈਕਟ ਤੇ ਦਸਤਖਤ ਕੀਤੇ ਗਏ ਸੀ ਤਾਂ ਉਸ ਸਮੇਂ ਭਾਰਤ ਦਾ ਜਿਹੜਾ ਰਾਜ ਸਕੱਤਰ ਸੀ ਉਹ ਵੈਗਵੁੱਡ ਵੈਨ ਸੀ। ਇਹ ਤੁਸੀਂ ਯਾਦ ਰੱਖਣਾ ਹੈ, ਇਹ ਵੀ ਕਾਫੀ ਇੰਪੋਰਟੈਂਟ ਹੈ। ਦੇਖਦੇ ਹਾਂ ਅੱਗੇ ਆਪਾਂ ਨੈਕਸਟ ਕੁਐਸਚਨ, ਕ੍ਰਿਪਸ ਮਿਸ਼ਨ ਭਾਰਤ ਕਦੋਂ ਆਇਆ ਸੀ, 1946 ਦੇ ਵਿੱਚ, 1945 ਦੇ ਵਿੱਚ, 1942 ਐਂਡ 1940। ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, 1942 ਦੇ ਵਿੱਚ। ਤਾਂ ਇਹ ਜਿਹੜਾ ਕ੍ਰਿਪਸ ਮਿਸ਼ਨ ਹੈ ਉਹ ਮਾਰਚ 1942 ਦੇ ਵਿੱਚ, ਠੀਕ ਹੈ, ਮਾਰਚ 1942 ਦੇ ਵਿੱਚ ਭਾਰਤ ਆਇਆ ਸੀ। ਬਟ ਇਹ ਭਾਰਤ ਕਿਉਂ ਆਇਆ ਸੀ, ਇਹ ਕੋਈ ਕਾਰਨ ਸੀ ਕਿ ਜੋ ਉਹ ਭਾਰਤ ਆਇਆ ਸੀ, ਤਾਂ ਇਹ ਜਿਹੜਾ ਕ੍ਰਿਪਸ ਮਿਸ਼ਨ ਸੀ ਤਾਂ ਉਹ ਸਟੈਨਫੋਰਡ ਕ੍ਰਿਪਸ ਦੀ ਅਗਵਾਈ, ਤਾਂ ਕਿਹਦੀ, ਸਟੇਫੋਰਡ ਦੀ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ, ਸਟੇਫੋਰਡ ਕ੍ਰਿਪਸ ਦੀ ਅਗਵਾਈ ਵਿੱਚ ਇੱਕ ਵਫਦ ਇੱਕ ਖੱਬੀ ਪੱਖੀ ਮਜ਼ਦੂਰਾਂ ਨੂੰ ਜੰਗ ਵਿੱਚ ਭਾਰਤ ਸਮਰਥਨ ਲੈਣ ਲਈ ਭਾਰਤ ਆਇਆ ਸੀ ਅਤੇ ਬਦਲੇ ਵਿੱਚ ਉਸਨੇ ਕੀ ਕੀਤਾ ਸੀ, ਬਦਲੇ ਵਿੱਚ ਉਸਨੇ ਸੰਵਿਧਾਨਕ ਪ੍ਰਸਤਾਵ ਪੇਸ਼ ਕੀਤਾ ਸੀ। ਤਾਂ ਗਾਂਧੀ ਜੀ ਨੇ ਇਸ ਨੂੰ ਇਸ ਪ੍ਰਸਤਾਵ ਨੂੰ ਪੋਸਟ ਡੇਟਡ ਚੈੱਕ ਕਿਹਾ ਸੀ। ਕੀ ਕਿਹਾ ਸੀ, ਪੋਸਟ ਡੇਟਡ ਚੈੱਕ। ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਤਾਂ ਕਦੋਂ ਆਇਆ ਸੀ ਕ੍ਰਿਪਸ ਮਿਸ਼ਨ, 1942 ਦੇ ਵਿੱਚ। ਦੇਖਦੇ ਹਾਂ ਅੱਗੇ ਆਪਾਂ ਨੈਕਸਟ ਕੁਐਸਚਨ, ਜਵਾਹਰ ਲਾਲ ਨਹਿਰੂ ਬਾਰੇ ਹੇਠਲੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ, ਨਹਿਰੂ ਅਹਿੰਸਾ ਦੇ ਸਿਧਾਂਤ ਵਿੱਚ ਵਿਸ਼ਵਾਸ ਨਹੀਂ ਰੱਖਦੇ, ਨਹਿਰੂ ਸਮਾਜਵਾਦ ਦੇ ਹੱਕ ਵਿੱਚ ਨਹੀਂ ਸਨ, ਨਹਿਰੂ ਨੇ ਆਪਣੀ ਉੱਚ ਸਿੱਖਿਆ ਭਾਰਤ ਵਿੱਚ ਹੀ ਪ੍ਰਾਪਤ ਕੀਤੀ ਸੀ, ਨਹਿਰੂ ਨੇ ਰਾਸ਼ਟਰੀ ਯੋਜਨਾ ਦੇ ਮਹੱਤਵ ਤੇ ਜ਼ੋਰ ਦਿੱਤਾ। ਤਾਂ ਜਵਾਹਰ ਲਾਲ ਨਹਿਰੂ ਦੇ ਹੇਠਲੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, ਨਹਿਰੂ ਨੇ ਰਾਸ਼ਟਰੀ ਯੋਜਨਾ ਦੇ ਮਹੱਤਵ ਤੇ ਜ਼ੋਰ ਦਿੱਤਾ ਸੀ। ਠੀਕ ਹੈ, ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਅੱਗੇ ਨੈਕਸਟ ਕੁਐਸਚਨ ਤੇ, ਹਰਬਿਲਾਸ ਸ਼ਾਰਦਾ ਨੇ ਪ੍ਰਸਿੱਧ ਸ਼ਾਰਦਾ ਐਕਟ 1930 ਦੇ ਪਾਸ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਤਾਂ ਉਹ ਕਿਹੜੀ ਭੂਮਿਕਾ ਨਿਭਾਈ ਸੀ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਅਜਿਹੇ ਵਿਆਹ ਦੀਆਂ ਪਾਰਟੀ ਨੂੰ ਸਜ਼ਾ ਦੇਣਾ ਜਿਸ ਵਿੱਚ ਲੜਕੀ 14 ਸਾਲ ਤੋਂ ਘੱਟ ਸੀ ਤੇ ਲੜਕੇ ਦੀ ਉਮਰ 18 ਸਾਲ ਤੋਂ ਘੱਟ ਸੀ। ਤਾਂ ਇਸ ਦੇ ਵਿੱਚ ਪ੍ਰਸਿੱਧ ਸ਼ਾਰਦਾ ਐਕਟ 1930 ਦੇ ਵਿੱਚ ਇਹ ਪ੍ਰਮੁੱਖ ਭੂਮਿਕਾ ਨਿਭਾਈ ਸੀ। ਠੀਕ ਹੈ, ਬਿਲਾਸ ਸ਼ਾਰਦਾ ਨੇ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਦੇਖਦੇ ਹਾਂ ਅੱਗੇ ਆਪਾਂ ਕੁਐਸਚਨ ਨੰਬਰ 12, ਪੈਸਿਵ ਰੈਸਿਸਟੈਂਸ ਦੇ ਸਿਧਾਂਤ ਦਾ ਪਹਿਲਾ ਪ੍ਰਚਾਰਕ ਕੌਣ ਸੀ, ਤਾਂ ਜਿਹੜੇ ਪੈਸਿਵ ਰੈਸਿਸਟੈਂਟ ਦਾ ਸਿਧਾਂਤ ਦਾ ਪ੍ਰਚਾਰਕ ਸੀ ਉਹ ਕੌਣ ਸੀ, ਤਾਂ ਇਸ ਦਾ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਅਰਬਿੰਦੋ ਘੋਸ਼। ਠੀਕ ਹੈ, ਤਾਂ ਤੁਸੀਂ ਇਹ ਵੀ ਯਾਦ ਰੱਖਣਾ ਕਿ ਜਿਹੜਾ ਪੈਸਿਵ ਰੈਜਿਸਟੈਂਸ ਦਾ ਸਿਧਾਂਤ ਸੀ ਉਹ ਅਰਬਿੰਦੋ ਘੋਸ਼ ਦੁਆਰਾ ਪੇਸ਼ ਕੀਤਾ ਗਿਆ ਸੀ। ਕਿਸ ਦੁਆਰਾ ਪੇਸ਼ ਕੀਤਾ ਗਿਆ ਸੀ, ਅਰਬਿੰਦੋ ਘੋਸ਼ ਦੁਆਰਾ। ਕਿਹੜਾ, ਪੈਸਿਵ ਰੈਜਿਸਟੈਂਸ ਦਾ ਸਿਧਾਂਤ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਅੱਗੇ ਆਪਾਂ ਕੁਐਸਚਨ ਨੰਬਰ 13, 1856 ਵਿੱਚ ਹੇਠ ਲਿਖਿਆਂ ਵਿੱਚ ਕਿਹੜਾ ਕਾਨੂੰਨ ਪਾਸ ਕੀਤਾ ਗਿਆ ਸੀ, 1856 ਦੇ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਕਾਨੂੰਨ ਸੀ ਜਿਹੜਾ ਪਾਸ ਕੀਤਾ ਗਿਆ ਸੀ, ਤਾਂ ਇਸ ਦਾ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਉਪਰੋਕਤ ਦੋਵੇਂ। ਤਾਂ 1856 ਦੇ ਵਿੱਚ ਧਾਰਮਿਕ ਅਸਮਰਥਾ ਐਕਟ, ਹਿੰਦੂ ਵਿਧਵਾ ਪੁਨਰ ਵਿਆਹ ਐਕਟ, ਇਹ ਦੋਨੋਂ ਕਾਨੂੰਨ ਲਾਗੂ ਕੀਤੇ ਗਏ ਸੀ 1856 ਦੇ ਵਿੱਚ। ਠੀਕ ਹੈ, ਦੇਖਦੇ ਹਾਂ ਅੱਗੇ ਆਪਾਂ ਨੈਕਸਟ ਕੁਐਸਚਨ, 1936 ਵਿੱਚ ਇੰਡੀਅਨ ਸਿਵਲ ਲਿਬਰਟੀਜ਼ ਯੂਨੀਅਨ ਦੀ ਸਥਾਪਨਾ ਕਿਸ ਨੇ ਕੀਤੀ ਸੀ,
ਤਾਂ ਇੰਡੀਅਨ ਸਿਵਲ ਲਿਬਰਟੀਜ਼ ਯੂਨੀਅਨ ਦੀ ਸਥਾਪਨਾ ਕਿਸ ਨੇ ਕੀਤੀ ਸੀ 1936 ਦੇ ਵਿੱਚ? ਤਾਂ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਪੰਡਿਤ ਜਵਾਹਰ ਲਾਲ ਨਹਿਰੂ ਨੇ। ਤਾਂ ਦੋਸਤੋ ਪੰਡਿਤ ਜਵਾਹਰ ਲਾਲ ਨਹਿਰੂ ਨੇ 1936 ਦੇ ਵਿੱਚ ਇੰਡੀਅਨ ਸਿਵਲ ਲਿਬਰਟੀਜ਼ ਯੂਨੀਅਨ ਦੀ ਸਥਾਪਨਾ ਕੀਤੀ ਸੀ। ਦੇਖਦੇ ਹਾਂ ਅੱਗੇ ਆਪਾਂ ਨੈਕਸਟ ਕੁਐਸਚਨ। 1919 ਦੇ ਐਕਟ ਅਨੁਸਾਰ ਭਾਰਤੀ ਕੌਂਸਲ ਦੇ ਮੈਂਬਰ ਦੇ ਅਹੁਦੇ ਦੀ ਮਿਆਦ ਕਿੰਨੀ ਹੁੰਦੀ ਸੀ? ਤਾਂ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ 5 ਸਾਲ। ਠੀਕ ਹੈ, ਤਾਂ ਜਿਹੜੇ ਇਹਦੇ ਅਹੁਦੇ ਦੀ ਉਮਰ ਸੀ ਉਹ 5 ਸਾਲ ਹੁੰਦੀ ਹੈ। ਦੇਖਦੇ ਹਾਂ ਅੱਗੇ ਆਪਾਂ ਕੁਐਸਚਨ ਨੰਬਰ 16। 12 ਮਾਰਚ 1930 ਦੇ ਮਸ਼ਹੂਰ ਡਾਂਡੀ ਮਾਰਚ ਵਿੱਚ ਗਾਂਧੀ ਜੀ ਦੇ ਨਾਲ ਕਿੰਨੇ ਵਲੰਟੀਅਰ ਸਨ? ਤਾਂ ਜਿਹੜਾ 12 ਮਾਰਚ 1930 ਨੂੰ ਮਸ਼ਹੂਰ ਡਾਂਡੀ ਮਾਰਚ ਹੋਇਆ ਸੀ ਉਸ ਦੇ ਵਿੱਚ ਟੋਟਲ ਕਿੰਨੇ ਵਲੰਟੀਅਰ ਸੀ? ਤਾਂ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ 78, ਆਪਸ਼ਨ ਨੰਬਰ ਸੀ 78। ਤਾਂ ਤੁਸੀਂ ਇਹ ਵੀ ਯਾਦ ਰੱਖਣਾ, ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਜਿਹੜਾ ਗਾਂਧੀ ਦੁਆਰਾ ਮਸ਼ਹੂਰ ਡਾਂਡੀ ਮਾਰਚ ਸੀ ਇਹ ਕਦੋਂ ਹੋਇਆ ਸੀ? ਤਾਂ 12 ਮਾਰਚ 1930 ਦੇ ਵਿੱਚ। ਠੀਕ ਹੈ, 12 ਮਾਰਚ 1930 ਦੇ ਵਿੱਚ ਮਸ਼ਹੂਰ ਡਾਂਡੀ ਮਾਰਚ ਹੋਇਆ ਸੀ। ਠੀਕ ਹੈ, ਦੇਖਦੇ ਹਾਂ ਅੱਗੇ ਆਪਾਂ ਕੁਐਸਚਨ ਨੰਬਰ 17। ਕਿਸ ਨੇ ਸ਼ਾਰਦਾ ਸਦਨ ਦੀ ਸਥਾਪਨਾ ਕੀਤੀ ਅਤੇ ਬਸਤੀਵਾਦੀ ਵਿੱਚ ਭਾਰਤੀ ਵਿਧਵਾਵਾਂ ਲਈ ਸਕੂਲ ਖੋਲ੍ਹੇ? ਤਾਂ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, ਦਯਾਨੰਦ ਸਰਸਵਤੀ ਨੇ। ਠੀਕ ਹੈ, ਨਹੀਂ ਇੱਕ ਮਿੰਟ, ਤਾਂ ਦੋਸਤੋ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, ਪੰਡਿਤ ਰਮਾਬਾਈ ਨੇ। ਠੀਕ ਹੈ, ਤਾਂ ਪੰਡਿਤ ਰਮਾਬਾਈ ਨੇ ਕੀ ਕੀਤਾ ਸੀ? ਤਾਂ ਸ਼ਾਰਦਾ ਸਦਨ ਦੀ ਸਥਾਪਨਾ ਕੀਤੀ ਸੀ ਅਤੇ ਬਸਤੀਵਾਦ ਵਿੱਚ ਭਾਰਤੀ ਵਿਧਵਾਵਾਂ ਲਈ ਸਕੂਲ ਖੋਲ੍ਹੇ ਸੀ। ਤਾਂ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, ਪੰਡਿਤ ਰਮਾਬਾਈ। ਵੱਧਦੇ ਆਪਾਂ ਅੱਗੇ ਨੈਕਸਟ ਕੁਐਸਚਨ ਤੇ। ਕਾਂਗਰਸ ਦੇ ਕਿਸ ਇਜਲਾਸ ਵਿੱਚ ਪੂਰਨ ਸਵਰਾਜ ਦੀ ਮੰਗ ਨੂੰ ਕਾਂਗਰਸ ਦੇ ਉਦੇਸ਼ ਵਜੋਂ ਸਵੀਕਾਰ ਕੀਤਾ ਗਿਆ ਸੀ? ਤਾਂ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, ਲਾਹੌਰ ਦੇ। ਤਾਂ ਗਾਂਧੀ ਜੀ ਨੇ 1928 ਦੇ ਵਿੱਚ ਬ੍ਰਿਟਿਸ਼ ਸਰਕਾਰ ਤੋਂ ਆਉਣ ਵਾਲੇ 1 ਸਾਲ ਲਈ ਸਵਰਾਜ ਦੀ ਮੰਗ ਕੀਤੀ ਸੀ। ਕਦੋਂ ਮੰਗ ਕੀਤੀ ਸੀ? 1928 ਨੂੰ। ਤਾਂ ਇਸ ਦਾ ਆਂਸਰ ਕੀ ਰਹੇਗਾ ਆਪਣੇ ਕੋਲ? ਲਾਹੌਰ। ਠੀਕ ਹੈ, ਤਾਂ ਵੱਧਦੇ ਆਪਾਂ ਨੈਕਸਟ ਕੁਐਸਚਨ ਤੇ। ਬਗਾਵਤ ਦਾ ਫੌਰੀ ਕਾਰਨ ਕੀ ਸੀ? ਤਾਂ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਗਰੀਜ਼ਡ ਕਾਰਤੂਸ ਦਾ ਹਿੱਸਾ। ਤਾਂ ਜਿਹੜਾ ਬਗਾਵਤ ਦਾ ਫੌਰੀ ਕਾਰਨ ਸੀ ਉਹ ਹੋਇਆ ਕਿਉਂ ਸੀ? ਤਾਂ ਬਗਾਵਤ ਦਾ ਜਿਹੜਾ ਇਹ ਕਾਰਨ ਸੀ ਉਹ ਐਨਫੀਲਡ ਰਾਈਫਲ ਅਤੇ ਗਰੀਜ਼ਡ ਕਾਰਤੂਸ ਸੀ, ਕਿਉਂਕਿ ਉਸ ਸਮੇਂ ਜਿਹੜੇ ਰਾਈਫਲ ਲੋਡ ਕਰਨ ਵੇਲੇ ਜਿਹੜੇ ਸਿਪਾਹੀਆਂ ਨੂੰ ਕਾਰਤੂਸ ਜਿਹੜਾ ਉਹ ਪਹਿਲਾਂ ਆਪਣੇ ਮੂੰਹ ਨਾਲ ਉੱਪਰੋਂ ਕੱਟਣਾ ਪੈਂਦਾ ਸੀ। ਠੀਕ ਹੈ, ਇਹ ਮੰਨਿਆ ਜਾਂਦਾ ਕਿ ਉਸ ਕਾਰਤੂਸ ਦੇ ਵਿੱਚ ਗਾਵਾਂ ਅਤੇ ਸੂਰਾਂ ਦੀ ਚਰਬੀ ਪਾਈ ਜਾਂਦੀ ਸੀ, ਜਿਸ ਕਾਰਨ ਜਿਹੜੇ ਉਹ ਸਿਪਾਹੀ ਕੰਮ ਕਰਦੇ ਸੀ ਉਹਨਾਂ ਦਾ ਧਰਮ ਭ੍ਰਸ਼ਟ ਹੁੰਦਾ ਸੀ, ਜਿਸ ਕਾਰਨ ਬਗਾਵਤ ਦਾ ਜਿਹੜਾ ਇਹ ਫੌਰੀ ਕਾਰਨ ਦਾ ਪ੍ਰਮੁੱਖ ਕਾਰਨ ਰਿਹਾ ਸੀ। ਠੀਕ ਹੈ, ਤਾਂ ਅੱਜ ਦਾ ਲਾਸਟ ਕੁਐਸਚਨ। ਪੱਛਮੀ ਭਾਰਤ ਦੇ ਕਿਹੜੇ ਧਾਰਮਿਕ ਸੁਧਾਰ ਨੂੰ ਲੋਕ ਹਿੱਤਵਾਦੀ ਵਜੋਂ ਜਾਣਿਆ ਜਾਂਦਾ ਸੀ? ਤਾਂ ਇਸ ਦਾ ਆਂਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ, ਗੋਪਾਲ ਹਰੀ ਦੇਸ਼ਮੁਖ ਨੂੰ। ਤਾਂ ਜਿਹੜੇ ਗੋਪਾਲ ਹਰੀ ਦੇਸ਼ਮੁਖ ਸੀ ਉਹਨਾਂ ਨੂੰ ਪੱਛਮੀ ਭਾਰਤ ਦੇ ਵਿੱਚ ਇੱਕ ਧਾਰਮਿਕ ਸੁਧਾਰਕ ਨੂੰ ਲੋਕ ਹਿੱਤਵਾਦੀ ਵਜੋਂ ਜਾਣਿਆ ਜਾਂਦਾ ਸੀ। ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ। ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਐਂਡ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।